ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਗਤ ਜਿਸ ਦਾ ਕੋਈ ਅੰਤ ਨਹੀਂ, ਜੋ ਬਹੁਤ ਵੱਡਾ ਹੈ, ਇਸ ਨੂੰ ਕੌਣ ਚਲਾ ਰਿਹਾ ਹੈ? ਕਿ ਜਿਵੇਂ ਸਾਨੂੰ ਕੋਈ ਕੰਮ ਚਲਾਉਣ ਲਈ ਕੁਝ ਸਾਥੀਆਂ ਦੀ ਲੋੜ ਪੈਂਦੀ ਹੈ, ਕਿ ਇੰਜ ਹੀ ਇੰਨੇ ਵੱਡੇ ਜਗਤ ਨੂੰ ਚਲਾਉਣ ਲਈ ਅਕਾਲ ਪੁਰਖ ਨੇ ਵੀ ਕਿਸੇ ਦੀ ਮਦਦ ਲਈ? ਜਾਂ ਕੀ ਇਸ ਜਗਤ ਨੂੰ ਕੋਈ ਸ਼ਕਤੀ ਚਲਾ ਰਹੀ ਹੈ, ਕੋਈ ਦੇਵਤਾ ਚਲਾ ਰਿਹਾ ਹੈ? ਤਾਂ ਇਸ ਸਵਾਲ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਵਿਚਾਰਾਂ ਇਸ ਪੌੜੀ ਅੰਦਰ ਗੁਰੂ ਸਾਹਿਬ ਦੇ ਰਹੇ ਹਨ, ਜਿਸ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਮਿਲ ਜੁਲ ਕੇ ਸਮਝਾਂਗੇ। ਤਾਂ ਆਓ ਜਪਜੀ ਸਾਹਿਬ ਦੀ 23ਵੀਂ ਪੌੜੀ ਦੀ ਪਹਿਲੀ ਤੁਕ ਦੇ ਦਰਸ਼ਨ ਕਰੀਏ ਅਤੇ ਨਾਲ ਹੀ ਅਰਥ ਵੀ ਜਾਣਦੇ ਹਾਂ ਜੋ ਕਿ ਵਿਦਵਾਨਾਂ ਨੇ ਕੀਤੇ ਹੋਏ ਹਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਏਕਾ ਭਾਵ ਇਕੱਲੀ, ਮਾਈ ਤੋਂ ਭਾਵ ਮਾਇਆ, ਜੁਗਤੀ ਭਾਵ ਕਿਸੇ ਜੁਗਤੀ ਨਾਲ। ਕਹਿਣ ਤੋਂ ਭਾਵ ਸਭ ਤੋਂ ਪਹਿਲਾਂ ਇੱਕ ਇਕੱਲੀ ਮਾਈ ਮਾਇਆ ਕਿਸੇ ਜੁਗਤੀ ਨਾਲ ਵਿਆਹੀ ਗਈ। ਕਿਸ ਜੁਗਤੀ ਨਾਲ, ਕਿਸ ਤਰੀਕੇ ਨਾਲ, ਇਸ ਬਾਰੇ ਵੱਖ-ਵੱਖ ਪੁਰਾਣੇ ਗ੍ਰੰਥਾਂ ਅੰਦਰ ਵੱਖ-ਵੱਖ ਰਾਏ ਹੈ। ਪਰ ਉਹ ਮਾਈ ਜਿਸ ਨੂੰ ਮਹਾਮਾਈ ਜਾਂ ਆਦਿ ਸ਼ਕਤੀ ਵੀ ਕਿਹਾ ਗਿਆ ਹੈ, ਉਹ ਕਿਸੇ ਜੁਗਤੀ ਨਾਲ ਵਿਆਹੀ ਗਈ, ਕਿਸੇ ਜੁਗਤੀ ਨਾਲ ਮਾਂ ਵੀ ਬਣੀ ਅਤੇ ਉਸ ਦੇ ਕੁਝ ਚੇਲੇ ਵੀ ਪੈਦਾ ਹੋਏ, ਭਾਵ ਉਸ ਦੇ ਕੁਝ ਪੁੱਤਰ ਵੀ ਹੋਏ। ਜਿਵੇਂ ਕਿ ਅਗਲੀ ਪੰਕਤੀ ਤੋਂ ਵੀ ਸਾਫ਼ ਹੁੰਦਾ ਹੈ ਕਿ ਤਿੰਨ ਚੇਲਿਆਂ ਭਾਵ ਤਿੰਨ ਪੁੱਤਰਾਂ ਦਾ ਨਾਮ ਹੈ ਕਿ ਇਹ ਤਿੰਨ ਚੇਲੇ ਪੈਦਾ ਹੋਏ ਅਤੇ ਤਿੰਨ ਚੇਲੇ ਪਰਵਾਨ ਭਾਵ ਜੋ ਮਾਈ ਤੋਂ ਪੁੱਤਰ ਪੈਦਾ ਹੋਏ ਉਹ ਪਰਵਾਨੇ ਵੀ ਗਏ। ਕਹਿਣ ਤੋਂ ਭਾਵ ਕਿ ਭਾਰਤ ਦੇ ਕੁਝ ਹਿੱਸਿਆਂ ਅੰਦਰ ਅਤੇ ਜੋਗੀਆਂ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਹਾਂ, ਇਸ ਜਗਤ ਨੂੰ ਬਣਾਉਣ ਦੀ ਜੋ ਸ਼ੁਰੂਆਤ ਹੈ ਉਹ ਇੰਜ ਹੀ ਹੋਈ ਕਿ ਇੱਕ ਮਾਈ ਕਿਸੇ ਤਰੀਕੇ ਨਾਲ ਆਪ ਹੀ ਪੈਦਾ ਹੋਈ ਅਤੇ ਉਸ ਰਾਹੀਂ ਫਿਰ ਕਿਸੇ ਜੁਗਤੀ ਨਾਲ ਤਿੰਨ ਪੁੱਤਰ ਪੈਦਾ ਹੋਏ ਜਿਨ੍ਹਾਂ ਤੋਂ ਜਗਤ ਦੀ ਸ਼ੁਰੂਆਤ ਹੋਈ। ਉਹ ਚੇਲੇ ਭਾਵ ਪੁੱਤਰ ਕੌਣ ਹਨ, ਕੀ ਉਹਨਾਂ ਦੇ ਨਾਮ ਹਨ, ਉਹ ਕੀ ਕੁਝ ਕਰਦੇ ਹਨ, ਜੋਗੀ ਇਹਨਾਂ ਬਾਰੇ ਕੀ ਕਹਿੰਦੇ ਹਨ, ਉਸ ਬਾਰੇ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਸ ਮਾਈ ਰਾਹੀਂ ਜੋ ਚੇਲੇ ਪੈਦਾ ਹੋਏ, ਜੋ ਜਗਤ ਅੰਦਰ ਮੰਨੇ ਪਰਮੰਨੇ ਗਏ, ਉਹ ਕੌਣ ਸਨ? ਉਹਨਾਂ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇੱਕ ਸੀ ਸੰਸਾਰੀ ਭਾਵ ਜੋ ਸੰਸਾਰ ਨੂੰ ਬਣਾਉਣ ਵਾਲਾ ਬਣਿਆ, ਜਿਸ ਨੇ ਜੀਵਾਂ ਨੂੰ ਪੈਦਾ ਕੀਤਾ, ਉਹ ਹੈ ਬ੍ਰਹਮਾ, ਜਿਸ ਨੂੰ ਸੰਸਾਰੀ ਵੀ ਕਿਹਾ ਗਿਆ, ਜੋ ਸਿਰਫ ਪੈਦਾ ਕਰਨ ਦਾ ਜਾਂ ਰਚਨਾ ਕਰਨ ਦਾ ਕਾਰਜ ਕਰਦਾ ਹੈ। ਦੂਸਰਾ ਹੈ ਭੰਡਾਰੀ। ਜਿਵੇਂ ਇੱਕ ਨੂੰ ਪੈਦਾ ਕਰਨ ਦੀ ਤਾਕਤ ਦਿੱਤੀ ਤਾਂ ਦੂਜੇ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਿੱਤੀ। ਇਸ ਜਗਤ ਅੰਦਰ ਜਿਸ ਕਿਸੇ ਨੂੰ ਜੋ ਵੀ ਕੁਝ ਚਾਹੀਦਾ ਹੈ ਉਹ ਉੱਥੇ ਚੀਜ਼ ਪਹੁੰਚਾਉਂਦਾ ਹੈ, ਭਾਵ ਦਾਤਾਂ ਦਿੰਦਾ ਹੈ। ਤਾਂ ਦੂਸਰਾ ਜੋ ਹੈ ਉਹ ਹੈ ਭੰਡਾਰੀ, ਜਿਸ ਨੂੰ ਵਿਸ਼ਨੂੰ ਕਿਹਾ ਗਿਆ ਹੈ, ਇਹ ਪੈਦਾ ਕੀਤਿਆਂ ਨੂੰ ਰਿਜ਼ਕ ਦਿੰਦਾ ਹੈ। ਅਤੇ ਤੀਸਰਾ ਹੈ ਮਹੇਸ਼ ਭਾਵ ਸ਼ਿਵ, ਜੋ ਇੱਕ ਲਾਏ ਦੀਵਾਨ ਭਾਵ ਜੋ ਦਰਬਾਰ ਕਚਹਿਰੀ ਲਾਉਂਦਾ ਹੈ, ਜੀਵਾਂ ਦਾ ਹਿਸਾਬ ਕਿਤਾਬ ਕਰਦਾ ਹੈ। ਤਾਂ ਪੈਦਾ ਕਰਨ ਦਾ ਕੰਮ ਹੈ ਬ੍ਰਹਮਾ ਦਾ, ਉਸ ਤੋਂ ਬਾਅਦ ਦਾਤਾਂ ਦੇਣ ਦਾ ਕੰਮ ਹੈ ਵਿਸ਼ਨੂੰ ਦਾ ਅਤੇ ਅੰਤ ਦਾ ਮੌਤ ਭਾਵ ਕਾਲ ਦਾ ਕੰਮ ਹੈ ਸ਼ਿਵ ਜੀ ਦਾ। ਸੋ ਇਹ ਜੋ ਗਥਾਵਾਂ ਸਨ ਇਹ ਜਗਤ ਅੰਦਰ ਪ੍ਰਚਲਿਤ ਸਨ। ਜੋਗੀ ਵੀ ਇਹਨਾਂ ਨੂੰ ਮੰਨਦੇ ਸਨ ਕਿ ਜੀਵ ਜੰਮਦਾ ਖਾਂਦਾ ਤੇ ਚਲਾ ਜਾਂਦਾ ਹੈ, ਪਰ ਗੁਰੂ ਪਿਆਰਿਓ ਬਾਣੀ ਨੂੰ ਪੜ੍ਹਨ ਵਾਲੇ ਜਾਣਦੇ ਹਨ ਕਿ ਜਗਤ ਨੂੰ ਬਣਾਉਣ ਵਾਲਾ, ਚਲਾਉਣ ਵਾਲਾ, ਮਿਟਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਇੱਕੋ ਹੀ ਹੈ, ਉਹ ਹੈ ਅਕਾਲ ਪੁਰਖ। ਜਿਵੇਂ ਕਿ ਗੁਰੂ ਸਾਹਿਬ ਸੂਹੀ ਦੀ ਵਾਰ ਦੀ ਪਹਿਲੀ ਹੀ ਪੌੜੀ ਅੰਦਰ ਫਰਮਾਉਂਦੇ ਹਨ ਕਿ ਪੌੜੀ ਆਪੇ ਤਖਤ ਰਚਾਇਉਣ ਆਕਾਸ ਪਤਾਲਾ, ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ। ਆਪ ਉਪਾਏ ਖਪਾਇੰਦਾ ਸੱਚੇ ਦੀਨ ਦਿਆਲਾ, ਸਭਨਾ ਰਿਜ਼ਕ ਸੰਭਾਹਿੰਦਾ ਤੇਰਾ ਹੁਕਮ ਨਿਰਾਲਾ। ਆਪੇ ਆਪ ਵਰਤਦਾ ਆਪੇ ਪ੍ਰਤਪਾਲਾ। ਗੁਰੂ ਸਾਹਿਬ ਸਾਫ਼-ਸਾਫ਼ ਫਰਮਾਉਂਦੇ ਹਨ ਕਿ ਆਕਾਸ਼ ਪਤਾਲ ਨੂੰ ਬਣਾਉਣ ਵਾਲਾ ਉਹ ਆਪ ਅਕਾਲ ਪੁਰਖ ਹੈ। ਉਸ ਦੇ ਹੁਕਮ ਵਿੱਚ ਹੀ ਧਰਤੀ ਆਦ ਬਣੇ। ਉਹ ਆਪ ਹੀ ਜੀਆਂ ਨੂੰ ਅਪਾਉਂਦਾ ਵੀ ਹੈ, ਭਾਵ ਪੈਦਾ ਵੀ ਕਰਦਾ ਹੈ ਅਤੇ ਨਾਸ ਵੀ ਆਪ ਹੀ ਕਰਦਾ ਹੈ, ਤੇ ਆਪ ਹੀ ਸਭਨਾਂ ਨੂੰ ਰਿਜ਼ਕ ਵੀ ਦੇ ਰਿਹਾ ਹੈ, ਭਾਵ ਜਗਤ ਬਣਾਉਣ, ਵਸਾਉਣ, ਚਲਾਉਣ, ਖਵਾਉਣ ਜਾਂ ਮਿਟਾਉਣ ਵਿੱਚ ਬ੍ਰਹਮਾ, ਵਿਸ਼ਨੂੰ ਜਾਂ ਸ਼ਿਵ ਆਦਿ ਦਾ ਹੱਥ ਨਹੀਂ। ਇਹ ਸਭ ਕਰਨ ਵਾਲਾ ਤਾਂ ਉਹ ਅਕਾਲ ਪੁਰਖ ਹੈ, ਉਸ ਦੇ ਹੁਕਮ ਨਾਲ ਹੀ ਸਭ ਕੁਝ ਹੋ ਰਿਹਾ ਹੈ। ਜਿਵੇਂ ਕਿ ਅਗਲੀ ਪੰਕਤੀ ਅੰਦਰ ਗੁਰੂ ਸਾਹਿਬ ਇਸ ਨੂੰ ਹੋਰ ਸਾਫ਼ ਕਰਦੇ ਹੋਏ ਫਰਮਾਉਂਦੇ ਹਨ ਕਿ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਭਾਵ ਪ੍ਰਚਲਿਤ ਤਾਂ ਇਹ ਹੈ ਕਿ ਕਿਸੇ ਤਰੀਕੇ ਨਾਲ ਕੋਈ ਮਾਏ ਪ੍ਰਸੂਤ ਹੋਈ, ਫਿਰ ਉਸ ਤੋਂ ਤਿੰਨ ਪੁੱਤਰ ਪੈਦਾ ਹੋਏ, ਉਹ ਜਗਤ ਨੂੰ ਚਲਾਉਣ ਲੱਗ ਪਏ। ਇੱਕ ਪੈਦਾ ਕਰਨ ਵਾਲਾ, ਦੂਜਾ ਦਾਤਾਂ ਦੇਣ ਤੇ ਤੀਜਾ ਖਤਮ ਕਰਨ ਵਾਲਾ ਬਣਿਆ। ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸਲ ਗੱਲ ਤਾਂ ਇਹ ਹੈ ਕਿ ਜਿਵ ਤਿਸ ਭਾਵੇ, ਭਾਵ ਜਿਵੇਂ ਅਕਾਲ ਪੁਰਖ ਨੂੰ ਪਾਉਂਦਾ ਹੈ ਤਿਵੇਂ ਚਲਾਵੇ, ਉਵੇਂ ਹੀ ਉਹ ਸੰਸਾਰ ਦੀ ਕਾਰ ਨੂੰ ਚਲਾਉਂਦਾ ਹੈ। ਗੁਰੂ ਪਿਆਰਿਓ, ਅਸੀਂ ਪਿੱਛੇ ਵੀ ਸਮਝ ਆਏ ਹਾਂ ਕਿ ਨਿਰੰਕਾਰ ਦਾ ਜੋ ਮਨ ਕਰਦਾ ਹੈ ਉਹ ਉਹੀ ਕਰਦਾ ਹੈ। ਉਸਨੇ ਕੀ ਕਰਨਾ ਹੈ
ਇਸ ਬਾਰੇ ਨਾ ਕੋਈ ਸਲਾਹ ਦੇ ਸਕਦਾ ਹੈ ਅਤੇ ਨਾ ਹੀ ਉਹ ਕਿਸੇ ਦੀ ਸਲਾਹ ਲੈਂਦਾ ਹੈ। ਬਸ ਉਸ ਨੂੰ ਜੋ ਪਾਉਂਦਾ ਉਹ ਉਹੀ ਕਰਦਾ ਹੈ। ਜਿਵ ਹੋਵੇ ਫਰਮਾਨ ਭਾਵ ਅਸੀਂ ਸਾਰੇ ਅਤੇ ਜਿੰਨੇ ਵੀ ਤਿੰਨੇ ਦੇਵਤਾਂ ਤੋਂ ਇਲਾਵਾ ਹੋਰ ਵੀ ਦੇਵਤੇ ਹਨ ਜਾਂ ਪੀਰ ਪੈਗੰਬਰ ਆਦਿ ਹਨ ਜਾਂ ਜੋ ਵੀ ਇਸ ਜਗਤ ਅੰਦਰ ਪੈਦਾ ਹੋਇਆ, ਛੋਟੇ ਜਿਹੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਬ੍ਰਹਿਮੰਡ ਤੱਕ, ਸਾਰੇ ਹੀ ਉਸ ਦੇ ਹੁਕਮ ਅੰਦਰ ਚੱਲਦੇ ਹਨ। ਇਸ ਲਈ ਇਸ ਸੰਸਾਰ ਨੂੰ ਚਲਾਉਣ ਵਿੱਚ ਬ੍ਰਹਮਾ, ਵਿਸ਼ਨੂੰ, ਸ਼ਿਵ ਜਾਂ ਅਸੀਂ ਤੁਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਹੁੰਦਾ ਉਹੀ ਹੈ ਜੋ ਅਕਾਲ ਪੁਰਖ ਚਾਹੁੰਦਾ ਹੈ। ਗੁਰੂ ਪਿਆਰੋ, ਕੁਝ ਲੋਕ ਇਹ ਵੀ ਮੰਨਦੇ ਹਨ ਕਿ ਬ੍ਰਹਮਾ, ਵਿਸ਼ਨੂੰ ਜਾਂ ਸ਼ਿਵ ਇਹ ਤਿੰਨ ਗੁਣ ਹਨ, ਜਿਸ ਨੂੰ ਤ੍ਰੈ ਗੁਣ ਕਹਿੰਦੇ ਹਨ, ਭਾਵ ਰਜੋ ਤਮੋ ਸਤੋ ਕਹਿੰਦੇ ਹਨ, ਜੋ ਕਿ ਹਰੇਕ ਦੇ ਅੰਦਰ ਹੁੰਦੇ ਹਨ। ਪਰ ਗੁਰੂ ਸਾਹਿਬ ਇਹਨਾਂ ਗੁਣਾਂ ਬਾਰੇ ਵੀ ਵਾਰ-ਵਾਰ ਗੁਰਬਾਣੀ ਅੰਦਰ ਫਰਮਾਉਂਦੇ ਹਨ ਕਿ ਐ ਭਾਈ, ਇਹਨਾਂ ਗੁਣਾਂ ਤੋਂ ਉਤਾਂਹ ਉੱਠਣਾ ਹੈ, ਇਹਨਾਂ ਅੰਦਰ ਫਸਣਾ ਨਹੀਂ ਹੈ, ਬਲਕਿ ਸ਼ਬਦ ਨਾਲ ਜੁੜ ਕੇ ਮਨ ਨੂੰ ਤਾਕਤਵਰ ਬਣਾ ਕੇ ਚੌਥੇ ਪਦ ਤੱਕ ਪਹੁੰਚਣਾ ਹੈ, ਜਿੱਥੇ ਤਿੰਨ ਗੁਣ ਨਾ ਪਹੁੰਚ ਸਕਣ, ਅਤੇ ਉਸ ਅਕਾਲ ਪੁਰਖ ਨਾਲ ਇੱਕ ਹੋਣਾ ਹੈ। ਉਸ ਨਾਲ ਮਿਲਿਆ ਹੀ ਜੀਵਨ ਮਨੋਰਥ ਪੂਰਾ ਹੁੰਦਾ ਹੈ। ਤਾਂ ਗੁਰੂ ਸਾਹਿਬ ਇਸ ਤੁਕਰੇ ਫਰਮਾਉਂਦੇ ਹਨ ਕਿ ਕਿਸੇ ਦੇ ਹੱਥ ਕੁਝ ਨਹੀਂ ਹੈ। ਇਸ ਸੰਸਾਰ ਨੂੰ ਬਣਾਉਣ ਵਾਲਾ ਭਾਵ ਪੈਦਾ ਕਰਨ ਵਾਲਾ, ਦਾਤਾਂ ਦੇਣ ਵਾਲਾ ਜਾਂ ਅੰਤ ਮਿਟਾਉਣ ਵਾਲਾ ਕੋਈ ਹੋਰ ਨਹੀਂ, ਬਲਕਿ ਇੱਕ ਹੀ ਹੈ, ਅਕਾਲ ਪੁਰਖ। ਉਸ ਦੇ ਹੁਕਮ ਨਾਲ ਹੀ ਸਭ ਕੁਝ ਹੋ ਰਿਹਾ ਹੈ। ਗੁਰੂ ਪਿਆਰਿਓ, ਜੋ ਇਸ ਬੁਝਾਰਤ ਨੂੰ ਬੁੱਝ ਲੈਂਦਾ ਹੈ ਕਿ ਉਹੀ ਸਭ ਕੁਝ ਕਰਨ ਵਾਲਾ ਹੈ, ਉਸ ਦਾ ਹੀ ਹੁਕਮ ਚੱਲ ਰਿਹਾ ਹੈ ਅਤੇ ਸਾਨੂੰ ਵੀ ਉਸ ਦੇ ਹੁਕਮ ਵਿੱਚ ਰਹਿਣਾ ਫੱਬਦਾ ਹੈ, ਉਹ ਫਿਰ ਹਰ ਕਿਸੇ ਵਿੱਚ ਉਸ ਨੂੰ ਅਵਸਥਾ ਦੇਖ ਲੈਂਦਾ ਹੈ ਅਤੇ ਇਹ ਵੇਖ ਕੇ ਹੈਰਾਨ ਵੀ ਹੁੰਦਾ ਹੈ ਕਿ ਕੈਸੀ ਅਜੀਬ ਗੱਲ ਹੈ ਕਿ ਉਹ ਹਰ ਵੇਲੇ ਨਾਲ ਸੀ, ਉਹ ਹਰ ਵੇਲੇ ਨਾਲ ਹੈ, ਸਭ ਦੇਖਦਾ ਹੈ, ਪਰ ਜੀਵ ਸੁੱਤਾ ਹੋਣ ਕਰਕੇ, ਮਾਇਆ ਵਿੱਚ ਖੁੱਬਾ ਹੋਣ ਕਰਕੇ ਨਾਲ ਵਸਦੇ ਰੱਬ ਨੂੰ ਨਾ ਦੇਖ ਪਾਉਂਦਾ ਹੈ ਤੇ ਨਾ ਜਾਣ ਪਾਉਂਦਾ। ਜਿਵੇਂ ਕਿ ਅਗਲੇ ਤੁਕ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਵੇਖੈ ਹੋਣਾ ਨਦਰ ਨਾ ਆਵੈ, ਬਹੁਤਾ ਇਹ ਵਿੜਾਨ। ਭਾਵ ਅਕਾਲ ਪੁਰਖ ਸ੍ਰਿਸ਼ਟੀ ਪੈਦਾ ਕਰਨ, ਮਿਟਾਉਣ ਜਾਂ ਸਿਰਫ ਦਾਤਾਂ ਦੇਣ ਵਾਲਾ ਹੀ ਨਹੀਂ, ਬਲਕਿ ਪੈਦਾ ਕੀਤੇ ਦੀ ਸੰਭਾਲ ਵੀ ਕਰਨ ਵਾਲਾ ਹੈ। ਉਹ ਤਾਂ ਸਭ ਕੁਝ ਬਣਾ ਕੇ ਉਹਨਾਂ ਦੇ ਅੰਦਰ ਵੀ ਬੈਠਾ ਹੋਇਆ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਵਿਡਾਨ ਭਾਵੇਂ ਬੜਾ ਅਚਰਜ ਕੌਤਕ ਹੈ, ਬੜਾ ਹੈਰਾਨ ਕਰਨ ਵਾਲਾ ਕੌਤਕ ਹੈ। ਕਿਹੜਾ ਕੌਤਕ? ਕਿ ਉਹ ਵੇਖੈ, ਭਾਵ ਉਹ ਅਕਾਲ ਪੁਰਖ ਸਭ ਜੀਵਾਂ ਨੂੰ ਅੰਦਰ ਬੈਠਾ ਵੇਖ ਰਿਹਾ ਹੈ, ਪਰ ਉਹਨਾਂ ਨਜ਼ਰ ਨਾ ਆਵੇ। ਭਾਵ ਅਕਾਲ ਪੁਰਖ ਜੀਵਾਂ ਨੂੰ ਵੇਖ ਰਿਹਾ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿਸਦਾ। ਇਹ ਬੜਾ ਅਚਰਜ ਕੌਤਕ ਹੈ। ਗੁਰੂ ਪਿਆਰੋ, ਸਤਿਗੁਰੂ ਨਾਨਕ ਜੀ ਨੇ ਸਾਡੇ ਲਈ ਇਹ ਕਿੰਨੀ ਆਸਾਨੀ ਕਰ ਦਿੱਤੀ ਕਿ ਜੇ ਅਕਾਲ ਪੁਰਖ ਨੂੰ ਦੇਖਣਾ ਤਾਂ ਕਿਤੇ ਹੋਰ ਦੇਖਣ ਦੀ ਲੋੜ ਨਹੀਂ, ਕਿਤੇ ਹੋਰ ਜਾਣ ਦੀ ਲੋੜ ਨਹੀਂ, ਕਿਸੇ ਹੋਰ ਨੂੰ ਮਨਾਉਣ ਦੀ ਲੋੜ ਨਹੀਂ। ਦੇਖਣਾ ਹੈ ਤਾਂ ਆਪ ਨੂੰ ਦੇਖ, ਸ਼ਬਦ ਰਾਹੀਂ ਮਨ ਦੀ ਮੈਲ ਨੂੰ ਲਾ ਕੇ ਦੇਖ, ਇੱਥੇ ਹੀ ਸਭ ਦਿਸੇਗਾ। ਇਸ ਮਨ ਅੰਦਰ ਹੀ ਉਹ ਨਿਰੰਕਾਰ ਹੈ। ਗੁਰੂ ਪਿਆਰੋ, ਜਦ ਖੁਦ ਨੂੰ ਦੇਖਣਾ ਆ ਜਾਏ, ਜਦ ਆਪਣੇ ਆਪ ਦੀ ਸੋਝੀ ਹੋ ਜਾਏ ਤਾਂ ਸਾਰਾ ਸੰਸਾਰ ਹੀ ਉਸ ਦਾ ਰੂਪ ਲੱਗਦਾ ਹੈ। ਉਹੀ ਹਰ ਥਾਂ ਦਿਸਦਾ ਹੈ, ਉਸ ਤੋਂ ਸਿਵਾ ਦੂਜਾ ਕੋਈ ਹੋਰ ਨਹੀਂ ਦਿਸਦਾ। ਅਤੇ ਜਿਸ ਨੂੰ ਹਰ ਥਾਂ ਸਤ ਕਰਤਾਰ ਨਜ਼ਰੀ ਪੈਂਦਾ ਹੈ, ਫਿਰ ਉਹ ਵਾਰ-ਵਾਰ ਨਿਰੰਕਾਰ ਦਾ ਧੰਨਵਾਦ ਕਰਦਾ ਹੈ, ਉਸ ਤੋਂ ਸਦਕੇ ਜਾਂਦਾ ਹੈ, ਉਸ ਤੋਂ ਵਾਰ ਨਹੀਂ ਜਾਂਦਾ ਹੈ। ਜਿਵੇਂ ਕਿ ਇਸ ਪੌੜੀ ਦੀ ਆਖਰੀਆਂ ਤੁਕਾਂ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ ਹੈ ਭਾਵ ਨਮਸਕਾਰ ਹੈ, ਤਿਸੇ ਆਦੇਸ ਉਸ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਭ ਦਾ ਆਦ ਹੈ, ਜੋ ਸਭ ਦਾ ਮੁੱਢ ਹੈ। ਆਦੇਸ ਹੈ ਜੋ ਅਨੀਲ ਹੈ, ਭਾਵ ਜੋ ਬੇਦਾਗ ਹੈ, ਜਿਸ ਉੱਤੇ ਹੋਰ ਕਿਸੇ ਦਾ ਕੋਈ ਰੰਗ ਨਹੀਂ ਚੜਦਾ। ਜੋ ਅਨਾਦ ਹੈ, ਭਾਵ ਜਿਸ ਦਾ ਕੋਈ ਆਦ ਨਹੀਂ, ਜਿਸ ਦਾ ਕੋਈ ਮੁੱਢ ਨਹੀਂ। ਅਤੇ ਆਦੇਸ ਹੈ ਜੋ ਅਨਾਹਤ ਹੈ, ਭਾਵ ਜੋ ਨਾਸ਼ ਰਹਿਤ ਹੈ, ਉਸ ਨੂੰ ਸਦਾ ਨਮਸਕਾਰ ਹੈ, ਸਦਾ ਪ੍ਰਣਾਮ ਹੈ। ਅਤੇ ਸਜਦਾ ਹੈ ਉਸ ਨੂੰ ਜੋ ਜੁਗ ਜੁਗ ਏਕੋ ਹੈ, ਜੋ ਕਦੇ ਨਹੀਂ ਬਦਲਿਆ, ਜੋ ਜਿਵੇਂ ਦਾ ਕੱਲ ਸੱਚਾ ਸੀ ਅੱਜ ਵੀ ਉਹ ਜਿਹਾ ਹੈ, ਜੋ ਕਦੇ ਬਨੌਟੀ ਵੇਸ਼ ਨਹੀਂ ਬਣਾਉਂਦਾ। ਉਸ ਨੂੰ ਨਮਸਕਾਰ ਹੈ, ਉਸ ਨੂੰ ਪ੍ਰਣਾਮ ਹੈ, ਉਸ ਨੂੰ ਸਦਾ ਸਜਦਾ ਹੈ। ਤਾਂ ਇਹ ਸੀ 23ਵੀਂ ਪੌੜੀ, ਜਿਸ ਅੰਦਰ ਗੁਰੂ ਸਾਹਿਬ ਨੇ ਸਮਝਾਇਆ ਕਿ ਭਾਵੇਂ ਇਸ ਧਰਤੀ ਦੀ ਗੱਲ ਕਰੀਏ ਜਾਂ ਹੋਰ ਬਾਕੀ ਜਗਤ ਦੀ, ਹਰੇਕ ਉੱਤੇ ਉਸ ਦਾ ਹੀ ਹੁਕਮ ਚੱਲਦਾ ਹੈ। ਇੱਥੇ ਕੋਈ ਹੋਰ ਦੂਸਰਾ ਨਹੀਂ ਜੋ ਉਸ ਦੀ ਥਾਂ ਲੈ ਸਕੇ। ਗੁਰੂ ਪਿਆਰਿਓ, ਗੁਰੂ ਸਾਹਿਬ ਨੇ ਸਮਝਾਇਆ ਕਿ ਉਸ ਦੇ ਹੁਕਮ ਨਾਲ ਹੀ ਜਗਤ ਬਣਿਆ ਅਤੇ ਅੱਗੇ ਵਧ ਰਿਹਾ ਹੈ। ਅਤੇ ਇਸ ਸੰਸਾਰ ਅੰਦਰ ਜੋ ਵੀ ਕੁਝ ਕੋਈ ਪ੍ਰਾਪਤ ਕਰਦਾ ਹੈ ਤਾਂ ਉਹ ਉਸ ਇੱਕ ਤੋਂ ਹੀ ਪ੍ਰਾਪਤ ਕਰਦਾ ਹੈ। ਉਹੀ ਦਾਤਾਂ ਦੇਣ ਵਾਲਾ ਹੈ। ਇਸ ਦੇ ਨਾਲ ਹੀ ਜੋ ਸਾਡੇ ਮਨ ਦੀ ਧਰਤੀ ਹੈ, ਇਸ ਤੇ ਵੀ ਉਸ ਇੱਕ ਦਾ ਹੀ ਹੁਕਮ ਚੱਲਦਾ ਹੈ।
ਪਰ ਵਿਕਾਰੀ ਹੋਣ ਕਰਕੇ ਸਾਨੂੰ ਇਸ ਦਾ ਬੋਧ ਨਹੀਂ ਰਹਿੰਦਾ। ਪਰ ਜਦ ਗੁਰੂ ਸਾਹਿਬ ਦੀ ਬਾਣੀ ਨਾਲ ਅਸੀਂ ਜੁੜਦੇ ਹਾਂ ਤਾਂ ਹੁਕਮ ਦੀ ਵੀ ਸਮਝ ਆ ਜਾਂਦੀ ਹੈ, ਅੰਦਰ ਵਸਦੀ ਜੋਤ ਦੀ ਵੀ ਸਮਝ ਆਉਂਦੀ ਹੈ ਅਤੇ ਜ਼ਿੰਦਗੀ ਸੁਧਰ ਜਾਂਦੀ ਹੈ। ਜ਼ਿੰਦਗੀ ਆਨੰਦ ਨਾਲ ਭਰ ਜਾਂਦੀ ਹੈ ਅਤੇ ਜਦ ਸਮਝ ਪੈਂਦੀ ਹੈ ਫਿਰ ਮਨ ਸਜਦਾ ਵੀ ਕਰਦਾ ਹੈ। ਇੱਕ ਇੱਕ ਸਾਹ ਲਈ, ਹਰੇਕ ਗ੍ਰਾਸ ਲਈ, ਹਰੇਕ ਚੀਜ਼ ਲਈ, ਹਰੇਕ ਦਾਤ ਲਈ ਵਾਰ-ਵਾਰ ਧੰਨਵਾਦ ਕਰਦਾ ਹੈ, ਨਮਸਕਾਰ ਕਰਦਾ ਹੈ, ਪ੍ਰਣਾਮ ਕਰਦਾ ਹੈ। ਤਾਂ ਅੰਤ ਵਿੱਚ ਇਸ ਪੌੜੀ ਦੇ ਵਿਚਾਰ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਰ-ਵਾਰ ਧੰਨਵਾਦ ਹੈ ਅਤੇ ਧੰਨਵਾਦ ਹੈ ਉਹਨਾਂ ਟੀਕਾਕਾਰਾਂ ਦਾ ਜਿਨ੍ਹਾਂ ਨੇ ਜਪਜੀ ਸਾਹਿਬ ਨੂੰ ਸਮਝਣ ਵਿੱਚ ਮਦਦ ਕੀਤੀ ਅਤੇ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਖਿਮਾ ਮੰਗਦਾ ਹਾਂ ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।